ਹੈਲੋ ਸਟੂਡੈਂਟਸ, ਅੱਜ ਅਸੀਂ ਬਲ ਅਤੇ ਗਤੀ ਦੇ ਨਿਯਮਾਂ ਦੇ ਬਾਰੇ ਗੱਲ ਕਰਾਂਗੇ। ਪਾਠ ਨੰਬਰ 9 ਵਿੱਚ ਪਹਿਲੇ ਬਲ ਅਤੇ ਬਲ ਦਾ ਪ੍ਰਭਾਵ ਸਮਝਾਇਆ ਗਿਆ ਹੈ। ਉਸ ਤੋਂ ਬਾਅਦ ਨਿਊਟਨ ਦੇ ਗਤੀ ਦੇ ਨਿਯਮਾਂ ਦੇ ਬਾਰੇ ਗੱਲ ਕੀਤੀ ਗਈ ਹੈ। ਸਭ ਤੋਂ ਪਹਿਲੇ ਬਲ ਕੀ ਹੁੰਦਾ ਹੈ? ਅਸੀਂ ਛੋਟੀਆਂ ਜਮਾਤਾਂ ਵਿੱਚ, ਪਿਛਲੀਆਂ ਜਮਾਤਾਂ ਵਿੱਚ ਇਹ ਪੜ੍ਹ ਚੁੱਕੇ ਹਾਂ ਕਿ ਬਲ ਕਿਸੇ ਵਸਤੂ 'ਤੇ ਲਗਾਇਆ ਗਿਆ ਧੱਕਾ ਜਾਂ ਖਿੱਚ ਹੈ। ਬਲ ਨਾ ਤਾਂ ਦੇਖਿਆ ਜਾ ਸਕਦਾ ਹੈ, ਨਾ ਹੀ ਸੁਣਿਆ ਜਾ ਸਕਦਾ ਹੈ, ਪਰ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਬਲ ਜਦੋਂ ਵੀ ਕਿਸੇ ਵਸਤੂ 'ਤੇ ਲਗਾਇਆ ਗਿਆ ਹੁੰਦਾ ਹੈ ਤਾਂ ਉਹ ਵਸਤੂ ਆਪਣੀ ਅਵਸਥਾ ਬਦਲਦੀ ਹੈ। ਜਿਵੇਂ ਉਦਾਹਰਣ ਦੇ ਤੌਰ 'ਤੇ ਕੋਈ ਵਸਤੂ ਜੇਕਰ ਵਿਰਾਮ ਦੀ ਅਵਸਥਾ ਵਿੱਚ ਹੈ, ਮਤਲਬ ਰੁਕੀ ਹੋਈ ਹੈ, ਜੇ ਮੈਂ ਉਸ 'ਤੇ ਬਲ ਲਗਾਊਂਗਾ ਤਾਂ ਉਹ ਗਤੀ ਵਿੱਚ ਆ ਜਾਏਗੀ। ਜੇਕਰ ਕੋਈ ਵਸਤੂ ਪਹਿਲਾਂ ਤੋਂ ਹੀ ਗਤੀ ਦੀ ਅਵਸਥਾ ਵਿੱਚ ਹੈ, ਜੇਕਰ ਮੈਂ ਉਸ 'ਤੇ ਬਲ ਲਗਾਊਂਗਾ ਤਾਂ ਉਹ ਵਿਰਾਮ ਦੀ ਅਵਸਥਾ ਵਿੱਚ ਆ ਜਾਏਗੀ। ਅਤੇ ਜੇ ਮੈਂ ਬਲ ਲਗਾਉਂਦਾ ਹਾਂ ਤਾਂ ਉਸ ਨਾਲ ਉਸ ਦੀ ਮੈਂ ਗਤੀ ਦੀ ਦਿਸ਼ਾ ਵੀ ਬਦਲ ਸਕਦਾ ਹਾਂ। ਇਸ ਦਾ ਅਰਥ ਇਹ ਹੈ ਕਿ ਜਦੋਂ ਵੀ ਕਿਸੇ ਵਸਤੂ 'ਤੇ ਬਲ ਲਗਾਇਆ ਜਾਂਦਾ ਹੈ ਤਾਂ ਉਸ ਦੀ ਅਵਸਥਾ ਵਿੱਚ ਪਰਿਵਰਤਨ ਆ ਜਾਂਦਾ ਹੈ। ਨਾਲ ਨਾਲ ਮੈਂ ਤੁਹਾਡੇ ਕਿਤਾਬ ਦੇ ਪਾਠ ਵਿੱਚ ਕੁਝ ਮੁੱਖ ਗੱਲਾਂ ਨੂੰ ਅੰਡਰਲਾਈਨ ਵੀ ਕੀਤਾ ਹੈ ਤਾਂ ਕਿ ਉਹ ਤੁਹਾਨੂੰ ਸਮਝਣ ਵਿੱਚ ਮਦਦ ਕਰਨ। ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਦੇਖਦੇ ਹਾਂ ਕਿ ਇੱਕ ਸਥਿਰ ਵਸਤੂ ਨੂੰ ਗਤੀ ਵਿੱਚ ਲਿਆਉਣ ਲਈ ਜਾਂ ਗਤੀਮਾਨ ਵਸਤੂ ਨੂੰ ਰੋਕਣ ਲਈ ਕੁਝ ਯਤਨ ਕਰਨਾ ਪੈਂਦਾ ਹੈ। ਇਹੀ ਯਤਨ ਧੱਕੇ ਜਾਂ ਖਿੱਚ ਦੇ ਰੂਪ ਵਿੱਚ ਕਰਨਾ ਪੈਂਦਾ ਹੈ, ਜਿਸ ਨੂੰ ਅਸੀਂ ਬਲ ਕਹਿੰਦੇ ਹਨ। ਉਮੀਦ ਹੈ ਤੁਹਾਨੂੰ ਬਲ ਦਾ ਅਰਥ ਸਮਝ ਆ ਗਿਆ ਹੋਣਾ। ਹੁਣ ਅਸੀਂ ਅੱਗੇ ਚੱਲੀਏ। ਬਲ ਦੋ ਤਰ੍ਹਾਂ ਦਾ ਹੁੰਦਾ ਹੈ, ਸੰਤੁਲਿਤ ਅਤੇ ਅਸੰਤੁਲਿਤ ਬਲ। ਜੇਕਰ ਅਸੀਂ ਇੱਕ ਹੀ ਵਸਤੂ ਦੇ ਉੱਪਰ ਦੋਨੋਂ ਤਰਫ ਤੋਂ ਬਰਾਬਰ ਜ਼ੋਰ ਲਗਾਵਾਂਗੇ ਤਾਂ ਉਹ ਵਸਤੂ ਆਪਣੀ ਸਥਿਤੀ ਤੋਂ ਨਹੀਂ ਹਿਲੇਗੀ। ਜਿਵੇਂ ਚਿੱਤਰ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਬਕਸਾ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ। ਇੱਕ ਬਕਸੇ ਨੂੰ ਧੱਕਾ ਦਿੱਤਾ ਜਾ ਰਿਹਾ ਹੈ। ਜਦੋਂ ਇਸ ਵਸਤੂ ਨੂੰ ਧੱਕਾ ਦੇ ਰਹੇ ਹਨ ਇਹ ਦੋਨੋਂ ਬੱਚੇ, ਤਾਂ ਜਿਸ ਦਿਸ਼ਾ ਵਿੱਚ ਧੱਕਾ ਦੇ ਰਹੇ ਹਨ ਉਹ ਉੱਪਰਲੇ ਤੀਰ ਨਾਲ ਦਿਖਾਇਆ ਗਿਆ ਹੈ। ਹੇਠਾਂ ਜਿਹੜਾ ਇੱਕ ਤੀਰ ਉਲਟ ਦਿਸ਼ਾ ਵਿੱਚ ਦਿਖਾਇਆ ਗਿਆ ਹੈ ਉਹ ਇਹ ਦੱਸਦਾ ਹੈ ਕਿ ਇਸ ਸਮੇਂ ਦੌਰਾਨ ਜਦੋਂ ਬੱਚੇ ਇੱਕ ਦਿਸ਼ਾ ਵਿੱਚ ਧੱਕਾ ਲਗਾ ਰਹੇ ਹਨ ਤਾਂ ਹੇਠਲੇ ਤਲ 'ਤੇ ਰਗੜ ਕਾਰਨ ਉਲਟ ਦਿਸ਼ਾ ਵਿੱਚ ਬਲ ਲੱਗ ਰਿਹਾ ਹੈ। ਜੇਕਰ ਇਹ ਦੋਨੋਂ ਬਲ ਇੱਕ ਸਮਾਨ ਹੋਣ, ਸੰਤੁਲਿਤ ਹੋਣ, ਬਰਾਬਰ ਹੋਣ ਤਾਂ ਇਹ ਵਸਤੂ ਆਪਣੀ ਜਗ੍ਹਾ ਤੋਂ ਨਹੀਂ ਹਿਲੇਗੀ। ਮਤਲਬ ਬੱਚੇ ਜਿੰਨੇ ਬਲ ਨਾਲ ਜ਼ੋਰ ਲਗਾ ਰਹੇ ਹਨ, ਜਿਹਨੂੰ ਧਕੇਲ ਬਲ ਅਸੀਂ ਆਖਦੇ ਹਨ, ਜੇਕਰ ਉਹ ਧਕੇਲ ਬਲ ਅਤੇ ਹੇਠਾਂ ਜਿਹੜਾ ਰਗੜ ਲੱਗ ਰਹੀ ਹੈ ਬਕਸੇ ਦੀ ਜ਼ਮੀਨ ਨਾਲ, ਪਰ ਉਹ ਰਗੜ ਬਲ, ਇਹ ਦੋਨੋਂ ਬਲ ਜੇ ਸਮਾਨ ਹੋਏ, ਇੱਕ ਬਰਾਬਰ ਹੋਏ, ਸੰਤੁਲਿਤ ਹੋਏ ਤਾਂ ਇਹ ਵਸਤੂ ਆਪਣੀ ਜਗ੍ਹਾ ਤੋਂ ਨਹੀਂ ਹਿਲੇਗੀ। ਪਰ ਜੇਕਰ ਅਖੀਰਲੇ ਚਿੱਤਰ 'ਚ ਦੇਖੋ ਦਿਖਾਇਆ ਗਿਆ ਹੈ ਤੀਰ ਵੱਡਾ ਕਰਤਾ ਹੈ, ਧਕੇਲ ਬਲ ਵਾਲਾ ਤੀਰ ਵੱਡਾ ਕੀਤਾ ਹੈ, ਰਗੜ ਬਲ ਵਾਲਾ ਤੀਰ ਛੋਟਾ ਹੈ। ਮਤਲਬ ਧਕੇਲ ਬਲ ਜ਼ਿਆਦਾ ਹੈ ਪਰ ਰਗੜ ਬਲ ਘੱਟ ਹੈ। ਇਹ ਬਲ ਹੋ ਗਿਆ ਅਸੰਤੁਲਿਤ, ਤਾਂ ਇਹ ਬਕਸਾ ਗਤੀ ਵਿੱਚ ਆ ਜਾਏਗਾ। ਇਸ ਦਾ ਅਰਥ ਇਹ ਹੈ ਕਿਸੇ ਵੀ ਵਸਤੂ ਨੂੰ ਜੇ ਅਸੀਂ ਵਿਰਾਮ ਅਵਸਥਾ ਤੋਂ ਗਤੀ ਵਿੱਚ ਲੈ ਕੇ ਆਉਣਾ ਹੈ ਤਾਂ ਅਸੰਤੁਲਿਤ ਬਲ ਕਾਰਨ ਹੀ ਇਹ ਸੰਭਵ ਹੈ। ਸੰਤੁਲਿਤ ਬਲ ਵਸਤੂ ਨੂੰ ਆਪਣੀ ਜਗ੍ਹਾ ਤੋਂ ਨਹੀਂ ਹਿੱਲਣ ਦਿੰਦਾ। ਉਮੀਦ ਹੈ ਤੁਹਾਨੂੰ ਰਗੜ ਦੇ ਬਾਰੇ ਅਸੀਂ ਛੋਟੀ ਜਮਾਤ ਵਿੱਚ ਪਹਿਲੇ ਹੀ ਪੜ੍ਹ ਚੁੱਕੇ ਹਾਂ, ਇਸ ਕਰਕੇ ਸਾਨੂੰ ਰਗੜ ਦੇ ਬਾਰੇ ਪਤਾ ਹੈ ਕਿ ਰਗੜ ਬਲ ਜਿਹੜਾ ਹੈ ਉਹ ਧਕੇਲਣ ਦੀ ਉਲਟ ਦਿਸ਼ਾ ਵਿੱਚ ਕੰਮ ਕਰਦਾ ਹੈ। ਸੰਤੁਲਿਤ ਬਲ ਅਤੇ ਅਸੰਤੁਲਿਤ ਬਲ ਦੇ ਬਾਰੇ ਗੱਲ ਕਲੀਅਰ ਹੋ ਗਈ। ਠੀਕ ਹੈ, ਇਸ ਤੋਂ ਬਾਅਦ ਅੱਗੇ ਅਸੀਂ ਚੱਲਦੇ ਹਾਂ ਗਤੀ ਦੇ ਨਿਯਮਾਂ ਦੇ ਬਾਰੇ, ਕਿਉਂਕਿ ਹੁਣ ਸਾਨੂੰ ਇਹ ਪਤਾ ਲੱਗਿਆ ਹੈ ਜਦੋਂ ਬਲ ਲਗਾਇਆ ਜਾਂਦਾ ਹੈ ਤਾਂ ਵਸਤੂ ਵਿਰਾਮ ਤੋਂ ਗਤੀ ਵਿੱਚ ਆ ਜਾਂਦੀ ਹੈ। ਕੋਈ ਵੀ ਵਸਤੂ ਜਦ ਗਤੀ ਵਿੱਚ ਆਈ ਹੈ ਤਾਂ ਗਤੀ ਦੇ ਨਾਲ ਸੰਬੰਧਿਤ ਕੁਝ ਨਿਯਮ ਦਿੱਤੇ ਗਏ ਹਨ, ਜਿਨ੍ਹਾਂ ਨੂੰ ਅਸੀਂ ਨਿਊਟਨ ਦੇ ਗਤੀ ਨਿਯਮ ਵੀ ਆਖਦੇ ਹਨ। ਬੱਚੋ, ਮੈਂ ਤੁਹਾਨੂੰ ਕਿਤਾਬ ਦਾ ਇੱਕ ਹੋਰ ਪੇਜ ਨਾਲ ਜੋੜਿਆ ਹੋਇਆ ਇਹ ਸਮਝਾਉਣ ਲਈ ਕਿ ਤੁਸੀਂ ਦੇਖ ਸਕਦੇ ਹੋ ਮੁੱਖ ਚੀਜ਼ਾਂ ਮੈਂ ਅੰਡਰਲਾਈਨ ਕੀਤੀਆਂ ਹੋਈਆਂ ਹਨ। ਪਹਿਲਾ, ਗਤੀ ਦਾ ਨਿਯਮ ਲਿਖਿਆ ਹੈ,
ਵਸਤੂਆਂ ਦੀ ਕਿਸੇ ਢਾਲ ਤਲ 'ਤੇ ਗਤੀ ਵੇਖ ਕੇ ਗੈਲੀਲੀਓ ਨੇ ਇਹ ਸਿੱਟਾ ਕੱਢਿਆ ਕਿ ਜਦੋਂ ਤੱਕ ਵਸਤੂ 'ਤੇ ਬਾਹਰੀ ਬਲ ਨਹੀਂ ਲੱਗਦਾ ਉਦੋਂ ਤੱਕ ਵਸਤੂਆਂ ਇੱਕ ਨਿਸ਼ਚਿਤ ਗਤੀ ਨਾਲ ਚੱਲਦੀਆਂ ਹਨ। ਮਤਲਬ ਜਦੋਂ ਤੱਕ ਬਾਹਰੀ ਬਲ ਨਹੀਂ ਲੱਗੇਗਾ ਤਾਂ ਵਸਤੂ ਇੱਕ ਨਿਸ਼ਚਿਤ ਗਤੀ ਦਿਖਾਉਣਗੀਆਂ। ਉਹਨਾਂ ਨੇ ਵੇਖਿਆ ਕਿ ਕੱਚ ਦੀ ਗੋਲੀ ਢਾਲੂ ਤਲ 'ਤੇ ਲੁੜਕਦੀ ਹੈ ਤਾਂ ਉਸ ਦਾ ਵੇਗ ਵੱਧ ਜਾਂਦਾ ਹੈ। ਠੀਕ ਹੈ, ਮੈਂ ਇਹ ਚੀਜ਼ ਅੰਡਰਲਾਈਨ ਨਹੀਂ ਕੀਤੀ ਹੋਈ ਹੈ ਪਰ ਇਹ ਨਾਲ ਚਿੱਤਰ 'ਚ ਜ਼ਰੂਰ ਦਿਖਾਈ ਹੋਈ ਹੈ। ਤੁਸੀਂ ਦੇਖ ਸਕਦੇ ਹੋ ਇੱਕ ਢਾਲੂ ਤਲ ਹੈ, ਉਹਦੇ ਉੱਪਰ ਇੱਕ ਕੱਚ ਦੀ ਗੋਲੀ ਜਦ ਛੱਡੀ ਗਈ ਤਾਂ ਉਹ ਗਤੀ ਲੈ ਕੇ ਉਸੇ ਸਮਾਨ ਉਚਾਈ ਤੱਕ ਪਹੁੰਚਦੀ ਹੈ ਦੂਜੇ ਪਾਸੇ ਵੀ। ਅਤੇ ਜੇਕਰ ਇਸ ਤਲ ਦੇ ਉੱਪਰ ਕੋਈ ਰਗੜ ਬਲ ਨਾ ਹੋਵੇ ਤਾਂ ਇਹ ਅਨਿਸ਼ਚਿਤ ਕਾਲ ਲਈ ਇੱਦਾਂ ਹੀ ਚੱਲਦੀ ਰਹੇਗੀ ਕਿਉਂਕਿ ਇਹਨੂੰ ਰੋਕਣ ਵਾਲਾ ਕੋਈ ਨਹੀਂ। ਇਹ ਇੱਕ ਵਾਰੀ ਗਤੀ ਵਿੱਚ ਆ ਗਈ ਤਾਂ ਧਕੇਲ ਬਲ ਜਿਹੜੇ ਰਗੜ ਬਲ ਜਿਹਨੇ ਰੋਕਣਾ ਸੀਗਾ ਉਹ ਹੈ ਹੀ ਨਹੀਂ। ਤਾਂ ਇਸ ਕਰਕੇ ਜਦ ਬਾਹਰੀ ਕੋਈ ਬਲ ਲੱਗ ਹੀ ਨਹੀਂ ਰਿਹਾ ਤਾਂ ਇਹ ਗਤੀ ਦੀ ਅਵਸਥਾ ਵਿੱਚ ਇੱਕ ਵਾਰੀ ਆ ਗਈ ਤਾਂ ਇਹ ਮੁੜ ਕੇ ਆਪਣੀ ਗਤੀ ਦੀ ਅਵਸਥਾ ਨੂੰ ਨਹੀਂ ਛੱਡੇਗੀ। ਇੱਧਰ ਲਿਖਿਆ ਗਿਆ ਹੈ, ਤੁਸੀਂ ਦੇਖ ਸਕਦੇ ਹੋ ਉੱਪਰ ਲਿਖਿਆ ਹੈ, ਉੱਪਰਲੀ ਲਾਈਨ 'ਚ ਲਿਖਿਆ ਹੈ, ਇੱਕ ਆਦਰਸ਼ ਰਗੜ ਰਹਿਤ ਦੋਨੋਂ ਪਾਸੇ ਢਾਲੂ ਤਲ 'ਤੇ ਇੱਕ ਕੱਚ ਦੀ ਗੋਲੀ ਵਿਰਾਮ ਅਵਸਥਾ ਵਿੱਚ ਪਈ ਦਿਖਾਈ ਗਈ ਹੈ। ਗੈਲੀਲੀਓ ਨੇ ਤਰਕ ਦਿੱਤਾ ਸੀ ਕਿ ਜਦੋਂ ਕਿਸੇ ਗੋਲੀ ਨੂੰ ਖੱਬੇ ਪਾਸੇ ਤੋਂ ਛੱਡਿਆ ਜਾਂਦਾ ਹੈ ਤਾਂ ਉਹ ਢਲਾਣ ਦੇ ਥੱਲੇ ਵੱਲ ਨੂੰ ਲੁੜਕੇਗੀ ਅਤੇ ਸੱਜੇ ਪਾਸੇ ਢਾਲੂ ਤਲ 'ਤੇ ਉਨੀ ਹੀ ਉਚਾਈ 'ਤੇ ਚੜ੍ਹੇਗੀ ਜਿੰਨੀ ਉਚਾਈ 'ਤੇ ਉਸ ਨੂੰ ਛੱਡਿਆ ਗਿਆ ਸੀ। ਜੇਕਰ ਦੋਨੋਂ ਪਾਸਿਆਂ ਦੇ ਢਾਲੂ ਤਲ ਦੀ ਢਲਾਣ ਬਰਾਬਰ ਹੈ ਤਾਂ ਗੋਲੀ ਉਨੀ ਹੀ ਦੂਰ ਤੱਕ ਚੜ੍ਹੇਗੀ ਜਿੰਨੀ ਦੂਰੀ ਤੋਂ ਉਹ ਪਰਲੇ ਪਾਸਿਓਂ ਲੁੜਕੀ ਸੀ। ਤੁਸੀਂ ਦੇਖ ਸਕਦੇ ਹੋ ਦੋਨੋਂ ਪਾਸੇ ਦੀ ਉਚਾਈ ਗੋਲੀ ਦੀ ਬਰਾਬਰ ਰਹੇਗੀ। ਜੇਕਰ ਸੱਜੇ ਪਾਸੇ ਵਾਲੇ ਢਾਲੂ ਤਲ ਦੇ ਕੋਣ ਨੂੰ ਹੌਲੀ ਹੌਲੀ ਘਟਾਇਆ ਜਾਵੇ, ਜਿਵੇਂ ਦੂਜੇ ਚਿੱਤਰ ਵਿੱਚ ਦਿਖਾਇਆ ਗਿਆ, ਦੂਜੇ ਪਾਸੇ ਜਿਹੜੇ ਢਲਾਣ ਸੀਗੀ ਉਹਨੂੰ ਘਟਾਇਆ ਗਿਆ, ਉਹ ਉਨੀ ਉਚਾਈ ਨਹੀਂ ਦਿਖਾ ਰਹੀ, ਥੋੜ੍ਹਾ ਉਹਨੂੰ ਨੀਵਾਂ ਕਰਤਾ ਗਿਆ, ਤਾਂ ਕੀ ਹੋਏਗਾ? ਤਾਂ ਉਹਨੇ ਕਿਹਾ ਕਿ ਜੇਕਰ ਦੋਨੋਂ ਪਾਸਿਆਂ ਦੇ ਢਾਲੂ ਤਲ ਦੀ ਢਲਾਣ ਬਰਾਬਰ ਹੈ ਤਾਂ ਗੋਲੀ ਉਨੀ ਹੀ ਉਚਾਈ ਤੱਕ ਚੜ੍ਹੇਗੀ, ਪਰ ਜੇਕਰ ਸੱਜੇ ਪਾਸੇ ਵਾਲੇ ਢਾਲੂ ਤਲ ਦੇ ਕੋਣ ਨੂੰ ਹੌਲੀ ਹੌਲੀ ਘਟਾਇਆ ਜਾਵੇ ਤਾਂ ਗੋਲੀ ਨੂੰ ਅਸਲ ਉਚਾਈ ਪ੍ਰਾਪਤ ਕਰਨ ਲਈ ਜ਼ਿਆਦਾ ਦੂਰੀ ਤੈਅ ਕਰਨੀ ਪਵੇਗੀ। ਜੇਕਰ ਇਸ ਨੂੰ ਸੱਜੇ ਪਾਸੇ ਵਾਲੇ ਢਾਲੂ ਤਲ ਨੂੰ ਅਖੀਰ ਵਿੱਚ ਸਮਤਲ ਬਣਾ ਦਿੱਤਾ ਜਾਵੇ, ਜਿਵੇਂ ਕਿ ਤੀਸਰੇ ਚਿੱਤਰ ਵਿੱਚ ਦਿਖਾਇਆ ਗਿਆ ਹੈ, ਤੁਸੀਂ ਦੇਖ ਸਕਦੇ ਹੋ ਕਿ ਹੁਣ ਇਹਨੂੰ ਬਿਲਕੁਲ ਸਮਤਲ ਕਰ ਦਿੱਤਾ ਗਿਆ ਸੱਜੇ ਪਾਸੇ ਵਾਲੇ ਢਾਲੂ ਤਲ ਨੂੰ, ਤਾਂ ਫਿਰ ਕੀ ਹੋਏਗਾ? ਮਤਲਬ ਕਿ ਉਹਦੀ ਢਲਾਣ ਜਿਹੜੀ ਹੈ ਬਿਲਕੁਲ ਖਤਮ ਹੋ ਗਈ। ਤਾਂ ਇਹ ਗੋਲੀ ਜਿਹੜੀ ਹੈ ਉਹ ਹਮੇਸ਼ਾ ਲਈ ਗਤੀ ਵਿੱਚ ਰਹਿਣਾ ਪਵੇਗਾ, ਭਾਵ ਚੱਲਣਾ ਪਵੇਗਾ, ਤਾਂ ਕਿ ਉਹ ਉਸ ਉਚਾਈ ਤੱਕ ਪਹੁੰਚ ਜਾਵੇ ਜਿਸ ਤੋਂ ਉਸ ਨੂੰ ਛੱਡਿਆ ਗਿਆ ਸੀ। ਇਸ ਹਾਲਤ ਵਿੱਚ ਕੱਚ ਦੀ ਗੋਲੀ 'ਤੇ ਲੱਗ ਰਹੇ ਅਸੰਤੁਲਿਤ ਬਲ ਸਿਫਰ ਹਨ, ਮਤਲਬ ਕੋਈ ਰਗੜ ਬਲ ਨਹੀਂ, ਕੋਈ ਬਾਹਰੋਂ ਬਲ ਨਹੀਂ ਲੱਗ ਰਿਹਾ। ਇਸ ਤੋਂ ਇਹ ਸਿੱਟਾ ਕੱਢਣ ਵਿੱਚ ਮਦਦ ਮਿਲਦੀ ਹੈ ਕਿ ਕੱਚ ਦੀ ਗੋਲੀ ਦੀ ਗਤੀ ਨੂੰ ਬਦਲਣ ਲਈ ਇੱਕ ਬਾਹਰੀ ਅਸੰਤੁਲਿਤ ਬਲ ਦੀ ਜ਼ਰੂਰਤ ਹੁੰਦੀ ਹੈ। ਜੇਕਰ ਉਹ ਬਾਹਰੀ ਬਲ ਨਹੀਂ ਲੱਗੇਗਾ ਤਾਂ ਇਹ ਆਪਣੀ ਗਤੀ ਦੀ ਅਵਸਥਾ ਵਿੱਚ ਹੀ ਬਣੀ ਰਹੇਗੀ। ਇਸ ਕਿਰਿਆ ਤੋਂ ਤੁਸੀਂ ਦੇਖ ਸਕਦੇ ਹੋ, ਇਹ ਜਿਹੜੀ ਕਿਰਿਆ ਹੈ, ਇਸ ਕਿਰਿਆ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜੇਕਰ ਇਹ ਗੋਲੀ ਨੂੰ ਅਸੀਂ ਗਤੀ ਦੀ ਅਵਸਥਾ ਤੋਂ ਵਾਪਸ ਵਿਰਾਮ ਦੀ ਅਵਸਥਾ ਵਿੱਚ ਲਿਆਉਣਾ ਹੈ ਤਾਂ ਕੋਈ ਨਾ ਕੋਈ ਬਲ ਲਗਾਉਣਾ ਪਏਗਾ, ਨਹੀਂ ਤਾਂ ਇਹ ਇੱਦਾਂ ਹੀ ਚੱਲਦੀ ਰਹੇਗੀ। ਇਸ ਤੋਂ ਅਗਲਾ ਨਿਯਮ ਜਿਹੜਾ ਗਤੀ ਦਾ ਪਹਿਲਾ ਨਿਯਮ ਹੈ ਉਹ ਆਇਆ ਸੀਗਾ। ਉਹ ਗਤੀ ਦਾ ਪਹਿਲਾ ਨਿਯਮ ਕੀ ਕਹਿੰਦਾ ਹੈ ਕਿ ਹਰੇਕ ਵਸਤੂ ਆਪਣੀ ਵਿਰਾਮ ਅਵਸਥਾ ਵਿੱਚ ਜਾਂ ਸਰਲ ਰੇਖਾ ਵਿੱਚ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਬਣੀ ਰਹਿੰਦੀ ਹੈ ਜਦੋਂ ਤੱਕ ਕੋਈ ਬਾਹਰੀ ਬਲ ਉਸ ਨੂੰ ਅਵਸਥਾ ਬਦਲਣ ਲਈ ਮਜਬੂਰ ਨਹੀਂ ਕਰਦਾ। ਤੁਸੀਂ ਚਿੱਤਰ ਵਿੱਚ ਦੇਖ ਸਕਦੇ ਹੋ, ਇੱਕ ਪਾਸੇ ਤੋਂ ਜੇ ਗੋਲੀ ਛੱਡੀ ਗਈ ਉਹ ਆਪਣਾ ਬਲ ਅਗਲੀ ਗੋਲੀ ਨੂੰ ਦਿੰਦੀ ਹੈ, ਉਹ ਫਿਰ ਅਗਲੇ ਗੋਲੀ ਨੂੰ, ਉਸ ਤੋਂ ਅਗਲੀ ਗੋਲੀ ਨੂੰ, ਅਖੀਰਲੀ ਗੋਲੀ ਦੇ ਉੱਪਰ ਬਾਹਰੋਂ ਬਲ ਲੱਗਿਆ ਤਾਂ ਉਹ ਵਿਰਾਮ ਤੋਂ ਗਤੀ ਅਵਸਥਾ ਵਿੱਚ ਆ ਗਈ। ਦੂਜਾ ਚਿੱਤਰ ਵੀ ਇਹੀ ਦਿਖਾ ਰਿਹਾ ਹੈ ਕਿ ਫੁੱਟਬਾਲ ਜਿਹੜੀ ਉਹ ਵਿਰਾਮ ਅਵਸਥਾ ਵਿੱਚ ਪਈ ਹੈ, ਉਹ ਵਿਰਾਮ ਅਵਸਥਾ ਵਿੱਚ ਹੀ ਰਹੇਗੀ ਜਦੋਂ ਤੱਕ ਬਾਹਰੋਂ ਕੋਈ ਉਸ ਉੱਪਰ ਬਲ ਨਹੀਂ ਲਗਾਉਂਦਾ। ਜਿਵੇਂ ਇੱਕ ਖਿਡਾਰੀ ਉਹਨੂੰ ਕਿੱਕ ਮਾਰਦਾ ਹੈ ਤਾਂ ਫੁੱਟਬਾਲ ਆਪਣੀ ਵਿਰਾਮ ਦੀ ਅਵਸਥਾ ਵਿੱਚ ਤੋਂ ਚੱਲ ਕੇ ਗਤੀ ਦੀ ਅਵਸਥਾ ਵਿੱਚ ਆ ਜਾਏਗੀ। ਤਾਂ ਗਤੀ ਦਾ ਪਹਿਲਾ ਨਿਯਮ ਇਹ ਕਹਿੰਦਾ ਹੈ ਕਿ ਕੋਈ ਵੀ ਵਸਤੂ ਆਪਣੀ ਅਵਸਥਾ ਨਹੀਂ ਬਦਲੇਗੀ। ਕਦੋਂ ਤੱਕ ਨਹੀਂ ਬਦਲੇਗੀ? ਜਦੋਂ ਤੱਕ ਉਸ ਉੱਪਰ ਕੋਈ ਬਾਹਰੀ ਬਲ ਨਹੀਂ ਲੱਗਦਾ। ਉਮੀਦ ਹੈ ਬੱਚਿਓ ਤੁਹਾਨੂੰ ਨਿਊਟਨ ਦਾ ਪਹਿਲਾ ਗਤੀ ਨਿਯਮ ਸਮਝ
ਆ ਗਿਆ ਹੋਵੇਗਾ। ਧੰਨਵਾਦ।